ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ, ਆਪ ਦੀ ਉਸਤਤ ਕਰਦੇ ਹਾਂ। ਤੁਸੀਂ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਸਾਡੇ ਉੱਤੇ ਆਪਣੀ ਦਿਨ ਪ੍ਰਤੀ ਦਿਨ ਦੀ ਕਿਰਪਾ ਕਰਕੇ ਆਪਣੇ ਵਚਨ ਦੇ ਅਨੁਸਾਰ ਸਾਨੂੰ ਆਪਣੇ ਪਿੱਛੇ ਚਲਾਉਂਦੇ ਹੋ, ਉਸ ਦੇ ਲਈ ਅਸੀਂ ਤੇਰੇ ਧੰਨਵਾਦੀ ਹਾਂ। ਪਰਮੇਸ਼ਰ, ਅੱਜ ਦੇ ਵਚਨ ਨੂੰ ਜਦੋਂ ਅਸੀਂ ਮਨਨ ਕਰਨ ਜਾ ਰਹੇ ਹਾਂ, ਇਸ ਨੂੰ ਮਨਨ ਕਰਨ ਦੇ ਲਈ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ। ਹਰ ਇੱਕ ਬਸਰ ਜੋ ਸੁਣੇ, ਇਸ ਦੇ ਰਾਹੀਂ ਤੇਰੀ ਆਸ਼ੀਸ਼ ਨੂੰ ਪ੍ਰਾਪਤ ਕਰੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਔਰ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਵਚਨ ਦਾ ਭਾਗ ਲਿਆ ਹੈ, ਉਹ ਲਿਆ ਹੈ ਰਸੂਲਾਂ ਦੇ ਕਰਤੱਵ 16 ਅਧਿਆਏ, ਉਸ ਦੀ 30, 31 ਅਤੇ 32 ਆਇਤ। ਇੱਥੇ ਲਿਖਿਆ ਹੈ, ਉਹਨਾਂ ਆਖਿਆ, ਪ੍ਰਭੂ ਉੱਤੇ 30 ਦੇ ਵਿੱਚ ਲਿਖਿਆ ਹੈ, ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਇਹ ਮਹਾਂਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ। ਉਹਨਾਂ ਨੇ ਆਖਿਆ, ਪ੍ਰਭੂ ਯਸੂ ਉੱਤੇ ਨਿਚਾ ਕਰ, ਤਾਂ ਤੂੰ ਅਤੇ ਤੇਰਾ ਘਰਾਨਾ ਬਚਾਏ ਜਾਓਗੇ। ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਘਰ ਦੇ ਵਿੱਚ ਸਨ, ਪ੍ਰਭੂ ਦਾ ਵਚਨ ਸੁਣਾਇਆ। ਪਿਆਰੇ ਅਜ਼ੀਜ਼, ਇਹ ਵਚਨ ਅਸੀਂ ਕਈ ਵਾਰ ਸੁਣਿਆ ਹੈ, ਕਈ ਵਾਰ ਪੜ੍ਹਿਆ ਹੈ। ਇਹ ਪੌਲਸ ਰਸੂਲ ਦੀ ਜਰਨੀ ਹੈ, ਔਰ ਇਸ ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਜਦੋਂ ਉਹ ਰੋਮੀਆਂ ਦੀ ਬਸਤੀ ਦੇ ਵਿੱਚੋਂ ਹੋ ਕੇ ਸਮੁੰਦਰ ਦੇ ਕੰਢੇ ਦੇ ਵਿੱਚ ਜਾ ਰਿਹਾ ਸੀ, ਤਾਂ ਉਸ ਜਗ੍ਹਾ ਦੇ ਉੱਤੇ ਉਸ ਨੂੰ ਇੱਕ ਔਰਤ ਮਿਲੀ ਜਿਹੜੀ ਕਿ ਭੇਤ ਦੱਸ ਰਹੀ ਸੀ, ਔਰ ਪੌਲਸ ਨੇ ਉਸ ਨੂੰ ਡਾਂਟਿਆ। ਤਾਂ ਉਸ ਦੇ ਵਿੱਚ ਉਹ ਗੱਲਾਂ ਦੂਰ ਹੋ ਗਈਆਂ, ਅਤੇ ਜਿਨ੍ਹਾਂ ਦੇ ਲਈ ਉਹ ਕੰਮ ਕਰਦੀ ਸੀ, ਉਹਨਾਂ ਨੇ ਪੌਲਸ ਅਤੇ ਜੋ ਸਿਲਾਸ ਉਸ ਦੇ ਨਾਲ ਸੀ, ਉਹਨਾਂ ਦੇ ਉੱਤੇ ਬਗਾਵਤ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਯਹੂਦੀ ਰਵਾਇਤਾਂ ਦੇ ਅਨੁਸਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਪਰ ਪੌਲਸ ਰਸੂਲ ਦਾ ਇੱਕੋ ਉਦੇਸ਼ ਸੀ ਆਪਣੇ ਜੀਵਨ ਦੇ ਵਿੱਚ, ਮਸੀਹ ਯਸੂ ਦੇ ਸੰਦੇਸ਼ ਨੂੰ ਫੈਲਾਉਣਾ ਅਤੇ ਉਸ ਦੇ ਵਚਨ ਦੇ ਰਾਹੀਂ ਬਹੁਤੇ ਲੋਕਾਂ ਨੂੰ ਮੁਕਤੀ ਦੇ ਕੋਲ ਲੈ ਕੇ ਆਉਣਾ। ਔਰ ਜੇਲ੍ਹ ਦੇ ਵਿੱਚ ਵੀ ਉਹ ਇਸੇ ਮੁਕਤੀ ਦਾ ਕੰਮ ਕਰ ਰਿਹਾ ਸੀ, ਕਿਉਂਕਿ ਪੌਲਸ ਨੇ ਕਿਹਾ ਸੀ, ਜੀਣਾ ਮੇਰੇ ਲਈ ਮਸੀਹ, ਮਰਨਾ ਲਾਭ ਹੈ। ਇਸ ਲਈ ਪੌਲਸ ਪਰਮੇਸ਼ਰ ਪੁੱਤਰ ਦੇ ਕਹੇ ਨਿਰਦੇਸ਼ਾਂ ਦੇ ਅਨੁਸਾਰ ਪਰਮੇਸ਼ਰ ਦੇ ਵਚਨ ਦੀ ਮੁਨਾਦੀ ਕਰ ਰਿਹਾ ਸੀ। ਚਾਹੇ ਉਹ ਜੰਗਲਾਂ ਦੇ ਵਿੱਚ ਸੀ, ਚਾਹੇ ਉਹ ਮਰੂਸਥਲ ਦੇ ਸਥਾਨਾਂ ਦੇ ਵਿੱਚ ਸੀ, ਚਾਹੇ ਆਪਣੇ ਬੈਰੀਆਂ ਦੇ ਉਹਨਾਂ ਦੇ ਘੇਰੇ ਦੇ ਵਿੱਚ ਸੀ, ਪਰ ਫਿਰ ਵੀ ਉਹ ਪਰਮੇਸ਼ਰ ਦੇ ਵਚਨ ਸੁਣਾਉਣ ਨੂੰ ਨਹੀਂ ਹਟਿਆ। ਇਸ ਸਮੇਂ ਪੌਲਸ ਜੇਲ੍ਹ ਦੇ ਵਿੱਚ ਹੈ ਆਪਣੇ ਸਹਿਕਰਮੀ ਸਿਲਾਸ ਦੇ ਨਾਲ। ਤਾਂ ਉਹ ਜੇਲ੍ਹ ਦੇ ਵਿੱਚ ਪ੍ਰਭੂ ਦੇ ਭਜਨ ਬੰਦਗੀ ਕਰਦੇ ਆ, ਪਰ ਉਸ ਜਗ੍ਹਾ ਦੇ ਉੱਤੇ ਪਰਮੇਸ਼ਰ ਉਸ ਜਗ੍ਹਾ ਨੂੰ ਹਿਲਾਉਂਦਾ ਹੈ। ਭੂਚਾਲ ਦੇ ਨਾਲ ਉਹ ਜਗ੍ਹਾ ਦੇ ਦਰਵਾਜ਼ੇ ਅਤੇ ਜੇਲ੍ਹ ਦੇ ਦਰਵਾਜ਼ੇ ਤਿੜਕ ਜਾਂਦੇ ਆ, ਟੁੱਟ ਜਾਂਦੇ ਆ। ਤਦ ਉਹਨਾਂ ਦੇ ਲਈ ਨੱਠਣ ਦੇ ਲਈ ਬਹੁਤ ਰਾਸਤੇ ਸੀ, ਪਰ ਪੌਲਸ ਦੀ ਬਾਣੀ ਸੁਣਨ ਦੇ ਨਾਲ, ਉਸ ਦੀ ਭਜਨ ਬੰਦਗੀ ਕਰਨ ਦੇ ਨਾਲ ਉਹਨਾਂ ਦੇ ਮਨ ਪਰਿਵਰਤਨ ਹੋ ਗਏ, ਉਹ ਨੱਠੇ ਨਹੀਂ। ਅਤੇ ਜਿਹੜਾ ਦੁਰਗਾ ਸੀ, ਉਹਨੇ ਜੇਲ੍ਹ ਵੱਲ ਜਦੋਂ ਭੱਜਿਆ ਕਿ ਆਪਣਾ ਇਹ ਲੋਕ ਨੱਠ ਗਏ ਹੋਣਗੇ। ਔਰ ਰੋਮੀ ਰਵਾਇਤ ਦੇ ਅਨੁਸਾਰ ਇਹ ਸੀ, ਜੇ ਕੋਈ ਕੈਦੀ ਭੱਜ ਜਾਂਦਾ ਸੀ, ਜਿਸ ਦੀ ਕੈਦ ਦੇ ਵਿੱਚੋਂ ਕੋਈ ਕੈਦੀ ਭੱਜਿਆ, ਜਿਸ ਵੀ ਸੂਬੇਦਾਰ ਦੇ ਕੋਲੋਂ ਉਹ ਨੱਠਿਆ, ਉਸ ਨੂੰ ਮਾਰ ਦਿੱਤਾ ਜਾਂਦਾ ਸੀ, ਉਸ ਦੀ ਗਰਦਨ ਕਲਮ ਕਰ ਦਿੱਤੀ ਜਾਂਦੀ, ਕਿਉਂਕਿ ਰੋਮੀਆਂ ਦਾ ਕਾਨੂੰਨ ਬੜਾ ਸਖਤ ਸੀ ਅਤੇ ਕੋਈ ਵੀ ਗੱਲ ਹੁੰਦੀ ਸੀ ਉਹਨਾਂ ਨੂੰ ਨਾਸ਼ ਕਰ ਦਿੱਤਾ ਜਾਂਦਾ ਸੀ। ਇਸ ਲਈ ਉਹਨਾਂ ਦੇ ਵਿੱਚ ਬਿਲਕੁਲ ਵੀ ਦਇਆ ਨਹੀਂ ਸੀ। ਪਰ ਪੌਲਸ ਨੇ ਜਦੋਂ ਉਹ ਆਪਣੇ ਆਪ ਨੂੰ ਨਾਸ਼ ਕਰਨ ਜਾ ਰਿਹਾ ਸੀ, ਪੌਲਸ ਨੇ ਕਿਹਾ, ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਅਸੀਂ ਸਾਰੇ ਇੱਥੇ ਹਾਂ। ਔਰ ਜਦੋਂ ਇਹ ਗੱਲ ਉਸਨੇ ਦੇਖੀ ਔਰ ਉਸਨੇ ਪ੍ਰਭੂ ਦੇ ਉਸ ਪ੍ਰੇਮ ਨੂੰ ਵੇਖਿਆ, ਤਦ ਉਸਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਕੇ ਉਹਨਾਂ ਨੂੰ ਪੁੱਛਿਆ, ਹੇ ਮਹਾਂਪੁਰਖੋ,
ਮੈਂ ਮੁਕਤੀ ਦੇ ਲਈ ਕੀ ਕਰਾਂ, ਮੈਂ ਕੀ ਕਰਾਂ ਕਿ ਜਿਸ ਤੋਂ ਬਚਾਇਆ ਜਾਵਾਂ। ਮੇਰਾ ਅੱਜ ਦਾ ਵਿਸ਼ਾ ਇਹ ਹੈ ਕਿ ਅਸੀਂ ਯਿਸੂ ਦੀ ਸਲੀਬ ਦੇ ਰਾਹੀਂ ਹਰ ਇੱਕ ਨੂੰ ਮੁਕਤੀ ਦੇ ਕੋਲ ਲੈ ਕੇ ਆ ਸਕਦੇ ਹਾਂ। ਯਿਸੂ ਦੀ ਸਲੀਬ ਦੇ ਰਾਹੀਂ ਅਸੀਂ ਯਿਸੂ ਦੀ ਸਲੀਬ ਦੇ ਰਾਹੀਂ ਹਰ ਇੱਕ ਨੂੰ ਮੁਕਤੀ ਦੇ ਕੋਲ ਲੈ ਕੇ ਆ ਸਕਦੇ ਹਾਂ। ਯਿਸੂ ਦੀ ਸਲੀਬ ਇੱਕ ਅਜਿਹੀ ਸਲੀਬ ਹੈ ਜਿਹੜੀ ਸਾਨੂੰ ਪਰਮੇਸ਼ਵਰ ਦੇ ਕੋਲ ਮੁਕਤੀ ਲਿਜਾਣ ਦੇ ਲਈ ਸਾਡੀ ਮਦਦ ਕਰ ਸਕਦੀ ਹੈ। ਅਸੀਂ ਆਪਣੇ ਆਪ ਨਹੀਂ ਆ ਸਕਦੇ। ਸਾਨੂੰ ਯਿਸੂ ਦੀ ਮੁਕਤੀ ਜਿਹੜੀ ਹੈ ਉਹ ਸਾਡੇ ਜੀਵਨ ਦੇ ਵਿੱਚ ਆਪਣਾ ਕਾਰਜ ਕਰ ਸਕਦੀ ਹੈ। ਇੱਥੇ ਪੌਲਸ ਰਸੂਲ ਨੇ ਵੀ ਇਹੀ ਕੀਤਾ। ਜਦੋਂ ਉਸਨੇ ਉਹਨਾਂ ਕੋਲੋਂ ਰਾਹ ਪੁੱਛਿਆ ਤਾਂ ਉਹਨੇ ਆਖਿਆ, ਪ੍ਰਭੂ ਯਿਸੂ ਉੱਤੇ ਨਿਹਚਾ ਕਰ, ਤੂੰ ਅਤੇ ਤੇਰਾ ਘਰਾਨਾ ਬਚਾਇਆ ਜਾਵੇਗਾ। ਮੈਂ ਇੱਥੇ ਦੇਖਦਾ ਹਾਂ ਕਿ ਬਾਈਬਲ ਸਾਨੂੰ ਇੱਕ ਆਸ਼ਚਰਯਜਨਕ ਬਚਾਵ ਦੇ ਵਿਖੇ ਦੱਸਦੀ ਹੈ। ਆਦਮ ਅਤੇ ਹਵਾ ਦੀ ਅਨਆਗਿਆਕਾਰੀਤਾ ਦੇ ਕਾਰਨ ਸੰਪੂਰਨ ਮਾਨਵ ਜਾਤੀ ਪਾਪ ਦੇ ਵਿੱਚ ਫਸ ਗਈ ਸੀ। ਉਹਨਾਂ ਦੇ ਲਈ ਉੱਥੋਂ ਬਚ ਨਿਕਲਣ ਦਾ ਕੋਈ ਕਾਰਨ ਨਹੀਂ ਸੀ। ਜਦੋਂ ਮੈਂ ਉਤਪਤ ਦੀ ਪੁਸਤਕ 2 ਅਧਿਆਏ ਉਸ ਦੀ 17 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਇਸ ਮੁਕਤੀ ਦਾ ਇੱਕ ਕਾਰਜ ਨਿਕਲਦਾ ਹੈ। ਇੱਥੇ ਪਰਮੇਸ਼ਰ ਨੇ ਕਿਹਾ, ਪਰ ਭਲੇ ਬੁਰੇ ਸਿਆਣ ਦੇ ਬ੍ਰਿਕਸ਼ ਦੇ ਕੋਲੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਨੂੰ ਖਾਵੇਂਗਾ ਤੂੰ ਜ਼ਰੂਰ ਮਰੇਗਾ। ਇਹ ਪਰਮੇਸ਼ਵਰ ਦੀ ਕਮਾਂਡ ਸੀ ਆਦਮ ਅਤੇ ਹਵਾ ਦੇ ਲਈ। ਪਰ ਹੋਇਆ ਕੀ ਹੈ, ਜਦੋਂ ਅਸੀਂ 3:6 ਪੜ੍ਹਦੇ ਹਾਂ ਤਾਂ ਉਸ ਵਿੱਚ ਕਹਿੰਦਾ ਹੈ, ਜਾਂ ਤੀਵੀਂ ਨੇ ਵੇਖਿਆ ਕਿ ਉਹ ਬ੍ਰਿਕਸ਼ ਦਾ ਫਲ ਖਾਣ ਦੇ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬ੍ਰਿਕਸ਼ ਬੁੱਧ ਦੇਣ ਦੇ ਲਈ ਲੋੜੀਂਦਾ ਹੈ, ਤਾਂ ਉਹਨੇ ਉਹਦੇ ਫਲ ਤੋਂ ਲਿਆ ਅਤੇ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। ਔਰ ਇਸ ਦੀ 19 ਆਇਤ ਦੇ ਵਿੱਚ ਦੂਸਰੀ ਗੱਲ ਮੈਂ ਪੜ੍ਹਦਾ ਹਾਂ, ਤੂੰ ਆਪਣੇ ਮੂੰਹ ਦੇ ਮੁੜ ਕੇ ਨਾ ਰੋਟੀ ਖਾਵੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਉਸ ਵਿੱਚ ਕੱਢਿਆ ਗਿਆ ਸੈ, ਤੂੰ ਮਿੱਟੀ ਹੈ ਤੇ ਮਿੱਟੀ ਵਿੱਚ ਮੁੜ ਮਿਲ ਜਾਵੇਂਗਾ। ਇਹ ਬਾਈਬਲ ਇੱਕ ਬਹੁਤ ਜ਼ਿਆਦਾ ਆਸ਼ਚਰਯਜਨਕ ਗੱਲ ਆਦਮ ਦੀ ਅਨਆਗਿਆਕਾਰੀਤਾ ਨੂੰ ਇੱਥੇ ਪ੍ਰਗਟ ਕਰਦੀ ਹੈ। ਮੈਂ ਪੂਰੀ ਬਾਈਬਲ ਦੇ ਵਿੱਚ ਪਰਮੇਸ਼ਰ ਦੀ ਇੱਕ ਖਾਸ ਗੱਲ ਦੇਖਦਾ ਹਾਂ, ਆਗਿਆਕਾਰੀਤਾ। ਜਿਹੜੇ ਲੋਕ ਪਰਮੇਸ਼ਰ ਦੀ ਆਗਿਆਕਾਰੀਤਾ ਦਾ ਪਾਲਨ ਕਰਦੇ ਹੈ, ਬਾਈਬਲ ਦੱਸਦੀ ਹੈ, ਉਹ ਕਦੇ ਸ਼ਰਮਿੰਦਾ ਨਹੀਂ ਹੋਏ ਬਲਕਿ ਜੀਵਨ ਪ੍ਰਾਪਤ ਕੀਤੇ। ਜਿਨ੍ਹਾਂ ਨੇ ਪਰਮੇਸ਼ਰ ਦੀ ਆਗਿਆਕਾਰੀਤਾ ਦਾ ਪਾਲਨ ਨਹੀਂ ਕੀਤਾ ਹੈ ਉਹ ਨਾਸ਼ ਹੋ ਗਏ। ਆਦਮ ਨੇ ਅਤੇ ਹਵਾ ਨੇ ਪਰਮੇਸ਼ਰ ਦੇ ਹੁਕਮ ਨੂੰ ਤੋੜਿਆ ਜੋ 2:17 ਦੇ ਵਿੱਚ ਦੱਸਿਆ ਗਿਆ ਸੀ, ਅਤੇ 3:6 ਅਤੇ 19 ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਨੇ ਜਿਵੇਂ ਪਾਪ ਕੀਤਾ ਔਰ ਪਰਮੇਸ਼ਰ ਦਾ ਸ਼ਰਾਪ ਉਹਨਾਂ ਦੇ ਉੱਤੇ ਆ ਪਿਆ। ਉਹਨਾਂ ਦੀਆਂ ਅੱਖਾਂ ਤਾਂ ਖੁੱਲ ਗਈਆਂ ਸੰਸਾਰ ਦੇ ਲਈ ਅਤੇ ਆਤਮਿਕਤਾ ਦੇ ਲਈ ਉਹ ਅੱਖਾਂ ਬੰਦ ਹੋ ਗਈਆਂ। ਉਹ ਪਾਪ ਦੇ ਵਿੱਚ ਨਾਸ਼ ਹੋ ਗਏ। ਇਸ ਕਰਕੇ ਬਾਈਬਲ ਦੱਸਦੀ ਹੈ ਕਿ ਉਹਨਾਂ ਨੇ ਗਲਤੀ ਕੀਤੀ ਔਰ ਉਸ ਗਲਤੀ ਦਾ ਉਹਨਾਂ ਨੂੰ ਪ੍ਰਤੀਫਲ ਮਿਲਿਆ, ਮੌਤ। 5:12 ਦੇ ਵਿੱਚ ਇਹੀ ਲਿਖਿਆ ਹੈ ਰੋਮੀਆਂ ਕਿ ਇੱਕ ਮਨੁੱਖ ਤੋਂ ਪਾਪ ਜਗਤ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਮੌਤ ਸਭਨਾ ਮਨੁੱਖਾਂ ਵਿੱਚ ਫੈਲਰ ਗਈ ਅਤੇ ਉਸ ਨੇ ਸਭਨਾ ਦੇ ਉੱਤੇ ਰਾਜ ਕੀਤਾ ਔਰ ਕਰ ਰਹੀ ਹੈ। ਇੱਥੇ ਸੂਬੇਦਾਰ ਇਹੋ ਤਾਂ ਗੱਲ ਕਰ ਰਿਹਾ ਹੈ ਕਿ ਆਦਮ ਅਤੇ ਹਵਾ ਦੇ ਰਾਹੀਂ ਮੌਤ ਤਾਂ ਸਾਡੇ ਵਿੱਚ ਆ ਗਈ। ਉਹ ਪੌਲਸ ਅਤੇ ਰਸੂਲ ਸਿਲਾਸ ਦੇ ਅੱਗੇ ਜਾ ਕੇ ਪੁੱਛ ਰਿਹਾ ਹੈ, ਸਹਿਬੋ ਮੈਂ ਇਸ ਪਾਪ ਤੋਂ ਬਚਣ ਦੇ ਲਈ ਕੀ ਕਰਾਂ? ਕੀ ਰਸਤਾ ਹੈ ਮੇਰੇ ਲਈ? ਆਜ਼ਾਦ ਹੋਣ ਦੀ ਅਸ਼ਮਤਾ ਦੇ ਕਾਰਨ ਹਰ ਇੱਕ ਮਨੁੱਖ ਨਿਸ਼ਚਿਤ ਰੂਪ ਨਾਲ ਮੌਤ ਅਤੇ ਸਰੀਰਕ ਅਤੇ
ਅਧਿਆਤਮਿਕਤਾ ਦਾ ਸਾਹਮਣਾ ਕਰਦਾ ਹੈ। ਪਰ ਪਰਮੇਸ਼ਵਰ ਨੇ ਇੱਕ ਬਚਾਉਣ ਦਾ ਅਤੇ ਸਾਨੂੰ ਪਾਪ ਤੋਂ ਛੁਡਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਉਹਨੇ ਪ੍ਰਬੰਧ ਕੀ ਕੀਤਾ ਹੈ? ਮੈਨੂੰ ਪਾਪ ਤੋਂ ਛੁਡਾਉਣ ਦੇ ਲਈ, ਮੈਨੂੰ ਪਾਪ ਤੋਂ ਬਚਾਉਣ ਦੇ ਲਈ, ਮੈਨੂੰ ਆਪਣੇ ਪੁੱਤਰ ਬਣਾਉਣ ਦੇ ਲਈ, ਮੈਨੂੰ ਮੁੜ ਪਰਮੇਸ਼ਵਰ ਦੇ ਨਾਲ ਸੰਗਤ ਦੇ ਵਿੱਚ ਲਿਜਾਉਣ ਦੇ ਲਈ ਉਸਨੇ ਮੇਰੇ ਲਈ ਇੱਕ ਪ੍ਰਬੰਧ ਕੀਤਾ ਹੈ। ਮੇਰੇ ਲਈ ਨਹੀਂ, ਆਪ ਸਭ ਦੇ ਲਈ, ਸਾਰੇ ਸੰਸਾਰ ਦੇ ਲਈ ਉਸਨੇ ਪ੍ਰਬੰਧ ਕੀਤਾ ਹੈ। ਉਹ ਪ੍ਰਬੰਧ ਕੀ ਹੈ? ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ, ਜੋ ਕੋਈ ਉਸ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੇ ਉੱਤੇ ਉਸ ਮੁਕਤੀ ਦੇ ਉਪਹਾਰ ਨੂੰ ਸਵੀਕਾਰ ਕਰਦਾ ਹੈ, ਉਹ ਪਾਪ ਦੀ ਪਕੜ ਅਤੇ ਮੌਤ ਤੋਂ ਛੁੱਟ ਜਾਂਦਾ ਹੈ। ਉਹ ਪਾਪ ਦੀ ਪਕੜ ਅਤੇ ਮੌਤ ਤੋਂ ਛੁੱਟ ਜਾਂਦਾ ਹੈ। ਇਹੋ ਗੱਲ ਤਾਂ ਉਹਨੇ ਕਿਹਾ ਸੀ, ਮੈਂ ਇਸ ਪਾਪ ਤੋਂ ਬਚਣ ਦੇ ਲਈ ਸਭੋ ਕੀ ਕਰਾਂ। ਪੌਲਸ ਰਸੂਲ ਦਾ ਵੀ ਇੱਕ ਸਿੱਧਾ ਸਧਾਰਨ ਉੱਤਰ ਸੀ, ਬਹੁਤ ਸਧਾਰਨ ਅਤੇ ਸਿੱਧਾ ਉੱਤਰ ਸੀ ਕਿ ਤੂੰ ਯਿਸੂ ਮਸੀਹ ਦੇ ਉੱਤੇ ਨਿਹਚਾ ਕਰ ਤਾਂ ਤੂੰ ਅਤੇ ਤੇਰਾ ਘਰਾਨਾ ਬਚਾਇਆ ਜਾਵੇਗਾ। ਇਸ ਧਰਤੀ ਦੇ ਉੱਤੇ ਪਾਪ ਤੋਂ ਬਚਣ ਦਾ ਇੱਕੋ ਇੱਕ ਰਾਸਤਾ ਹੈ, ਇੱਕੋ ਇੱਕ ਵੇ ਹੈ, ਇੱਕੋ ਇੱਕ ਸਾਡੇ ਲਈ ਪਰਮੇਸ਼ਰ ਦਾ ਪ੍ਰਬੰਧ ਹੈ। ਉਹ ਹੈ ਉਸ ਦਾ ਪਿਆਰਾ ਪੁੱਤਰ ਪ੍ਰਭੂ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ ਜਿਹੜਾ ਨਿਸਪਾਪ ਸੀ, ਜਿਸ ਨੇ ਪਾਪ ਨਹੀਂ ਕੀਤਾ ਸੀ, ਉਹ ਪਰਮੇਸ਼ਰ ਦਾ ਪਿਆਰਾ ਸੀ ਅਤੇ ਪਵਿੱਤਰ ਸੀ। ਪਰਮੇਸ਼ਰ ਪਵਿੱਤਰ ਹੈ। ਸਾਨੂੰ ਉਸ ਦੇ ਕੋਲ ਜਾਣ ਦੇ ਲਈ ਇੱਕ ਪਵਿੱਤਰ ਵਿਅਕਤੀ ਦੀ, ਇੱਕ ਪਵਿੱਤਰ ਵਿਚੋਲੇ ਦੀ ਜ਼ਰੂਰਤ ਹੈ, ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਭਾਵ ਅਸੀਂ ਉਸ ਦੇ ਰਾਜ ਦੇ ਵਿੱਚ ਜਾ ਸਕਦੇ ਹਾਂ। ਉਹ ਪ੍ਰਬੰਧ ਪ੍ਰਭੂ ਯਿਸੂ ਮਸੀਹ ਨੇ ਸਵੈਂ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤਾ। ਉਹ ਪੁੱਤਰ ਮੇਰੇ ਪਾਪਾਂ ਦੇ ਲਈ, ਮੇਰੇ ਅਪਰਾਧਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ। ਜਦੋਂ ਮੈਂ ਪਹਿਲਾ ਕੁਰਿੰਥੀਆਂ 15 ਅਧਿਆਏ ਉਸ ਦੀ 3 ਅਤੇ 4 ਦੇ ਅਨੁਸਾਰ ਵਿਸ਼ਵਾਸ ਕਰਦਾ ਹਾਂ, ਉਸ ਨੂੰ ਮੰਨ ਲੈਂਦਾ ਹਾਂ, ਤਾਂ ਮੈਨੂੰ ਮੁਕਤੀ ਮਿਲਦੀ ਹੈ। ਇਹੋ ਗੱਲ ਤਾਂ ਲਿਖੀ ਹੈ ਪਹਿਲਾ ਯਹੋਨਾ 1:9 ਦੇ ਵਿੱਚ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਉਹਦੇ ਅੱਗੇ ਕਰੀਏ ਤਾਂ ਉਹ ਸਾਡੇ ਪਾਪਾਂ ਨੂੰ ਮਾਫ ਕਰਨ ਦੇ ਲਈ ਵਿਸ਼ਵਾਸਯੋਗ ਧਰਮੀ ਹੈ। ਇਹੋ ਗੱਲ ਉਹਨੇ ਸੂਬੇਦਾਰ ਨੂੰ ਇੰਨੀ ਗੱਲ ਸਮਝਾ ਦਿੱਤੀ ਕਿ ਤੂੰ ਮਾਤਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ। ਵਿਸ਼ਵਾਸ ਕੀ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਮੇਰਾ ਪ੍ਰਭੂ ਹੈ। ਇਹਦਾ ਮਤਲਬ ਜ਼ਿੰਦਾ ਪਰਮੇਸ਼ਰ ਹੀ ਮੈਨੂੰ ਬਚਾ ਸਕਦਾ ਹੈ। ਜੀਵਿਤ ਪਰਮੇਸ਼ਰ ਹੀ ਮੇਰੇ ਪਾਪਾਂ ਦਾ ਕਰਜ਼ ਅਦਾ ਕਰ ਸਕਦਾ ਹੈ। ਜੀਵਤ ਪਰਮੇਸ਼ਰ ਹੀ ਮੇਰੇ ਪਾਪਾਂ ਤੋਂ ਮੈਨੂੰ ਛੁਡਾ ਕੇ ਪਰਮੇਸ਼ਰ ਦੀ ਬਾਦਸ਼ਾਹ ਦੇ ਵਿੱਚ ਲਿਜਾ ਸਕਦਾ ਹੈ। ਜੀਵਤ ਪਰਮੇਸ਼ਰ ਹੀ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦੇ ਸਕਦਾ ਹੈ। ਮੇਰਾ ਵਿਸ਼ਾ ਇਹੀ ਸੀ, ਯਿਸੂ ਦੀ ਸਲੀਬ ਦੇ ਰਾਹੀਂ ਅਸੀਂ ਮੁਕਤੀ ਦੇ ਕੋਲ ਆ ਸਕਦੇ ਹਾਂ। ਯਿਸੂ ਦੀ ਸਲੀਬ, ਇਹਦਾ ਮਤਲਬ ਯਿਸੂ ਦੀ ਸਲੀਬ ਕੀ ਦੱਸਦੀ ਹੈ? ਜੋ ਪਾਪ ਦਾ ਸ਼ਰਾਪ ਮੇਰੇ ਉੱਤੇ ਸੀ, ਉਸ ਸ਼ਰਾਪ ਨੂੰ ਜੋ ਆਦਮ ਦੇ ਉੱਤੇ ਸ਼ਰਾਪ ਆਇਆ ਸੀ, ਉਹ ਸ਼ਰਾਪ ਪਰਮੇਸ਼ਵਰ ਨੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਉੱਤੇ ਲੱਦ ਦਿੱਤਾ। ਜਿਹੜਾ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਉਸ ਦੇ ਪਾਪ ਨੂੰ ਆਪਣੇ ਉੱਤੇ ਲੈ ਕੇ ਕਲਵਰੀ ਕਰੂਸ ਦੇ ਉੱਤੇ ਉਸ ਦੇ ਪਾਪਾਂ ਦੇ ਪ੍ਰਤੀ ਆਪਣਾ ਲਹੂ ਬਹਾ ਕੇ ਉਸ ਨੂੰ ਸ਼ੁੱਧ ਅਤੇ ਖਾਲਸ ਕਰ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚ ਇਬਰਾਨੀਆਂ ਦੀ ਪੁਸਤਕ 9:22 ਦੇ ਵਿੱਚ ਲਿਖਿਆ ਹੈ, ਬਿਨਾਂ ਲਹੂ ਬਹਾਏ ਪਾਪਾਂ ਦੀ ਮਾਫੀ ਹੁੰਦੀ ਨਹੀਂ। ਪ੍ਰਭੂ ਯਿਸੂ ਮਸੀਹ ਨੇ ਮੇਰੇ ਅਤੇ ਆਪ ਦੇ ਲਈ ਪਵਿੱਤਰ ਲਹੂ ਕਲਵਰੀ ਕਰੂਸ ਦੇ ਉੱਤੇ ਬਹਾਇਆ ਹੈ, ਜਿਸ ਦੇ ਬਾਰੇ ਅਸੀਂ ਕੀ ਪੜ੍ਹਦੇ ਹਾਂ? ਰੋਮੀਆਂ ਦੀ ਪੁਸਤਕ ਉਸ ਦਾ 5 ਅਧਿਆਏ ਉਸ ਦੀ 8 ਤੋਂ 11 ਆਇਤਾਂ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ।
ਇੱਥੇ ਲਿਖਿਆ ਹੈ ਪਰ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਐਂ ਪ੍ਰਗਟ ਕਰਦਾ ਹੈ ਭਾਈ ਜਦੋਂ ਅਸੀਂ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਉਹਦੇ ਨਾਲੋਂ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਦੇ ਕਰੋਧ ਤੋਂ ਬਚ ਜਾਵਾਂਗੇ, ਕਿਉਂਕਿ ਜਦੋਂ ਅਸੀਂ ਬੈਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਸ ਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ। ਅਤੇ ਨਿਰਾ ਇਹੋ ਨਹੀਂ, ਅਸੀਂ ਪਰਮੇਸ਼ਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ, ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਹਾਂ, ਅਭਿਮਾਨ ਕਰਦੇ ਹਾਂ। ਇਹਦਾ ਮਤਲਬ ਪੌਲਸ ਇਹ ਗੱਲ ਕਿਹਨੂੰ ਦੱਸ ਰਿਹਾ ਹੈ? ਸੂਬੇਦਾਰ ਨੂੰ। ਯਿਸੂ ਮਸੀਹ ਦੇ ਉੱਤੇ ਵਿਸ਼ਵਾਸ, ਉਹ ਇਸ ਗੱਲ ਨੂੰ ਵਿਕਾਸਵਾ ਕਰ ਰਿਹਾ। ਫਿਰ ਦੂਸਰੀ ਗੱਲ, ਅਸੀਂ ਕੀ ਵਿਸ਼ਵਾਸ ਕਰਨਾ ਹੈ? 10 ਅਧਿਆਏ ਜਦੋਂ ਅਸੀਂ ਉਸ ਦੀ 9 ਅਤੇ 10 ਆਇਤ ਦੇ ਵਿਸ਼ਵਾਸ ਕਰਦੇ ਹਾਂ, ਤਦ ਮੇਰਾ ਨਵਾਂ ਜਨਮ ਹੋ ਜਾਂਦਾ ਹੈ, ਮੈਨੂੰ ਮੁਕਤੀ ਮਿਲ ਜਾਂਦੀ ਹੈ ਅਤੇ ਮੈਂ ਪਰਮੇਸ਼ਵਰ ਦੇ ਆਤਮਾ ਦੇ ਚਲਾਏ ਚੱਲਦਾ ਹਾਂ। ਮੈਂ ਆਪਣੇ ਆਪ ਨਹੀਂ, ਫਿਰ ਮੈਂ ਪਰਮੇਸ਼ਵਰ ਦੇ ਆਤਮਾ ਭਾਵ ਪਰਮੇਸ਼ਵਰ ਦੇ ਵਚਨ ਦੇ ਚਲਾਏ ਚੱਲਦਾ ਹਾਂ। ਜਦੋਂ ਮੈਂ ਵਚਨ ਦੇ ਚਲਾਏ ਚੱਲਦਾ ਹਾਂ ਤਾਂ ਮੈਂ ਉਸ ਦੇ ਸਵਰਗੀ ਵਤਨ ਦਾ ਅਧਿਕਾਰੀ ਹੋ ਜਾਂਦਾ, ਜਿਸ ਦੇ ਲਈ ਪ੍ਰਭੂ ਨੇ ਕਿਹਾ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ। ਇੱਥੇ ਕੀ ਕਹਿੰਦਾ ਹੈ? ਜਦੋਂ ਅਸੀਂ 9-10 ਆਇਤ ਪੜ੍ਹਦੇ ਹਾਂ, ਕਹਿੰਦਾ ਹੈ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਗਾ। ਧਾਰਮਿਕਤਾ ਦੇ ਲਈ ਦਿਲ ਨਾਲ ਨਿਸ਼ਚਾ ਕਰੀਦੀ ਆ ਅਤੇ ਮੁਕਤੀ ਦੇ ਲਈ ਮੂੰਹ ਨਾਲ ਇਕਰਾਰ ਜ਼ਬਾਨ ਕਰਨੀ ਪੈਂਦੀ ਹੈ ਕਿ ਪ੍ਰਭੂ ਤੂੰ ਮੇਰੇ ਲਈ ਮਰ। ਜਦੋਂ ਮੈਂ ਉਹਦੇ ਨਾਲ ਜ਼ਬਾਨ ਦੇ ਨਾਲ ਇਕਰਾਰ ਕਰਦਾ ਹਾਂ ਤਾਂ ਪਰਮੇਸ਼ਰ ਦੀ ਮੁਕਤੀ ਮੇਰੇ ਵਿੱਚ ਆ ਜਾਂਦੀ ਹੈ। ਪਾਪਾਂ ਤੋਂ ਛੁਟਕਾਰਾ, ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਮੇਰੇ ਕੋਲ ਆ ਜਾਂਦਾ ਹੈ। ਅਫਸੀਆਂ ਦੀ ਪੁਸਤਕ ਜਦੋਂ ਅਸੀਂ 2:5 ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਫਿਰ ਉਸ ਸੱਚਾਈ ਨੂੰ ਮੇਰੇ ਅੱਗੇ ਪ੍ਰਗਟ ਕਰਦਾ ਹੈ। ਉਹ ਕੀ ਕਹਿੰਦਾ ਹੈ 2:5 ਦੇ ਵਿੱਚ? ਕਹਿੰਦਾ ਹੈ ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਮਸੀਹ ਨੇ ਆਪਣੇ ਨਾਲ ਜਵਾਲਿਆ, ਕਿਰਪਾ ਤੋਂ ਹੀ ਅਸੀਂ ਬਚਾਏ ਗਏ ਹਾਂ। ਕਿਰਪਾ ਤੋਂ ਹੀ ਅਸੀਂ ਬਚਾਏ ਗਏ। ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਹੈ, ਜਿਹਦੇ ਅਸੀਂ ਲਾਇਕ ਨਹੀਂ ਸੀ ਉਸ ਦੇ ਲਾਇਕ ਬਣਾ ਦਿੱਤਾ। ਅਸੀਂ ਪਰਮੇਸ਼ਰ ਦੇ ਲਾਇਕ ਨਹੀਂ ਸੀ, ਪਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਵਸੀਲੇ ਸਾਨੂੰ ਪਰਮੇਸ਼ਰ ਦੇ ਲਾਇਕ ਬਣਾ ਦਿੱਤਾ। ਕਿੰਨੀ ਵੱਡੀ ਗੱਲ ਹੈ ਜੋ ਪਰਮੇਸ਼ਰ ਨੇ ਮੇਰੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤੀ ਹੈ। ਇਹ ਬਹੁਤ ਵੱਡਾ ਪਰਮੇਸ਼ਰ ਦਾ ਉਪਕਾਰ ਹੈ ਜਿਸ ਨੇ ਸਾਨੂੰ ਇਸ ਦੇ ਲਾਇਕ ਬਣਾ ਦਿੱਤਾ। ਜਿਹੜੇ ਸੋ ਗਏ ਹਨ ਉਹਨਾਂ ਵਿੱਚੋਂ ਯਿਸੂ ਮਸੀਹ ਮਰੇ ਹੋਇਆਂ ਵਿੱਚੋਂ ਪਹਿਲਾ ਫਲ ਹੈ। ਪਹਿਲਾ ਕੁਰਿੰਥੀਆਂ 15:20 ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਰਵਪ੍ਰਥਮ ਮੌਤ ਦੇ ਵਿੱਚੋਂ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਫਲ ਪ੍ਰਭੂ ਯਿਸੂ ਮਸੀਹ ਹੈ ਅਤੇ ਹੁਣ ਕਦੇ ਅਸੀਂ ਮਰਾਂਗੇ ਨਹੀਂ। ਉਸ ਤਰ੍ਹਾਂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਨਾਲ ਹਰ ਇੱਕ ਵਿਅਕਤੀ ਨੂੰ ਜੀਵਨ ਮਿਲਦਾ ਹੈ। ਰੋਮੀਆਂ 8:11 ਦੇ ਵਿੱਚ ਇਹ ਗੱਲ ਮੇਰੇ ਅਤੇ ਆਪ ਦੇ ਲਈ ਪਰਮੇਸ਼ਰ ਦੇ ਵਚਨ ਦੇ ਵਿੱਚ ਰੇਖਾਂਕਿਤ ਕਰ ਦਿੱਤੀ ਗਈ ਹੈ। 8:11 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ ਅਤੇ ਉਹਦੇ ਆਤਮਾ ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਣਹਾਰ ਦੇਹਾਂ ਨੂੰ ਵੀ ਜਵਾਵੇਗਾ। ਇਹਦਾ ਮਤਲਬ ਪਾਪ ਦੇ ਕਾਰਨ ਇਹ ਦੇਹ ਮਰੀ ਹੋਈ ਸੀ, ਪਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਵਸੀਲੇ ਉਸ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਇਹ ਦੇਹ ਜੋ ਮਰੀ ਹੋਈ ਸੀ ਜੀ ਪਈ, ਜੀਵਨ ਆ ਗਿਆ। ਇਹੋ ਗੱਲ ਪੌਲਸ ਰਸੂਲ ਸੂਬੇਦਾਰ ਨੂੰ ਕਹਿ ਰਿਹਾ, ਪ੍ਰਭੂ ਯਿਸੂ ਮਸੀਹ ਦੇ ਉੱਤੇ ਨਿਸ਼ਚਾ ਕਰ, ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਕਿ ਹੁਣ ਅਸੀਂ
ਪਾਪ ਵਿੱਚ ਫਸੇ ਹੋਏ ਆ? ਜੇ ਫਸੇ ਹੋਏ ਆ ਤਾਂ ਯਿਸੂ ਮਸੀਹ ਦੀ ਮੁਕਤੀ ਦੇ ਉਪਹਾਰ ਨੂੰ ਸਵੀਕਾਰ ਕਰ ਲਓ ਅਤੇ ਮਸੀਹ ਦੀ ਆਜ਼ਾਦੀ ਦੇ ਜੀਵਨ ਨੂੰ ਆਪਣੇ ਨਾਲ ਆਪਣੇ ਜੀਵਨ ਦੇ ਵਿੱਚ ਬਤੀਤ ਕਰਨ ਦੇ ਲਈ ਉਸ ਨੂੰ ਆਪਣਾ ਮੁਕਤੀਦਾਤਾ ਮੰਨ ਲਓ, ਤਾਂ ਤੁਸੀਂ ਪਰਮੇਸ਼ਰ ਦੇ ਆਨੰਦ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰੋਗੇ। ਇਹ ਗੱਲ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖੀ ਹੈ। ਇਸ ਲਈ ਆਪਣੀ ਸਲੀਬ ਦੇ ਰਾਹੀਂ ਯਿਸੂ ਸਾਨੂੰ ਬਚਾਉਂਦਾ ਹੈ ਅਤੇ ਆਜ਼ਾਦ ਕਰਦਾ ਹੈ। ਆਪਣੀ ਸਲੀਬ ਦੇ ਰਾਹੀਂ ਯਿਸੂ ਸਾਨੂੰ ਬਚਾਉਂਦਾ ਅਤੇ ਆਜ਼ਾਦ ਕਰਦਾ ਹੈ। ਇਹੋ ਗੱਲ ਹੈ, ਯਿਸੂ ਦੀ ਸਲੀਬ ਦੇ ਰਾਹੀਂ ਮੁਕਤੀ ਦੇ ਕੋਲ ਅਸੀਂ ਆ ਜਾਂਦੇ ਹਾਂ ਔਰ ਪਰਮੇਸ਼ਰ ਸਾਨੂੰ ਲੈ ਕੇ ਆਉਂਦਾ ਹੈ। ਇਸ ਲਈ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਹੈ ਉਹ ਵਿਸ਼ਵਾਸ ਦੇ ਵਿੱਚ ਅੱਗੇ ਵਧਣ। ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਉਹ ਇਸ ਸੂਬੇਦਾਰ ਦੀ ਤਰ੍ਹਾਂ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਆਪਣੇ ਜੀਵਨ 'ਚ ਸਵੀਕਾਰ ਕਰਕੇ ਪਰਮੇਸ਼ਰ ਦੀ ਆਸ਼ੀਸ਼ ਨੂੰ ਭਾਵ ਅਨੰਤ ਜੀਵਨ ਨੂੰ ਪ੍ਰਾਪਤ ਕਰਨ, ਤਾਂ ਕਿ ਪ੍ਰਭੂ ਦੀ ਮਹਿਮਾ ਉਹਨਾਂ ਦੇ ਜੀਵਨ ਦੇ ਵਿੱਚ ਹੋ ਸਕੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।